3 सीटां यूपी ਦੇ ਵਿੱਚ ਇਹਨਾਂ ਦੀਆਂ ਹੈਗੀਆਂ ਨੇ। ਇਹਨਾਂ ਦਾ ਸਿਆਸੀ ਨੁਕਸਾਨ ਹੋ, ਇਹਨਾਂ ਨੂੰ ਸੱਤਾ ਤੋਂ ਲਾਉਣਗੇ, ਇਹਨਾਂ ਨੂੰ ਸਜ਼ਾ। ਜਿਸ ਤਰ੍ਹਾਂ ਪਹਿਲਾਂ ਪੰਜਾਬ 'ਚ ਫਿਰ ਹਰਿਆਣੇ 'ਚ, ਹੁਣ ਤੁਹਾਨੂੰ ਲੱਗਦਾ ਵਾ ਵੀ ਯੂਪੀ ਦੇ ਕਿਸਾਨ ਵੀ ਜਿਹੜੇ ਅਵੇਅਰ ਹੋ ਰਹੇ ਆ? ਉੱਤਰਾਖੰਡ ਦੇ ਵੀ ਹੁਣ ਯੂਪੀ ਦੇ ਵੀ ਉੱਤਰਾਖੰਡ 'ਚ ਵੀ ਜਾਵਾਂਗੇ। ਸਾਰੇ ਜਿਹੜੀਆਂ ਸਟੇਟਾਂ ਦੇ ਵਿੱਚ ਜਿੱਥੋਂ ਇਹਨਾਂ ਦਾ ਨੁਕਸਾਨ ਹੋ ਸਕਦਾ ਹੈ, ਆਪਣੀ ਗੱਲ ਉਹਨਾਂ ਲੋਕਾਂ 'ਚ ਲੈਣਗੇ। ਇਹ ਉਹਨਾਂ ਨੂੰ ਬਲ ਮਿਲੂਗਾ, ਉਹਨਾਂ ਦਾ ਆਪਣੇ ਸਿਆਸੀ ਦੌਰ ਦਾ ਨੁਕਸਾਨ। ਇੱਥੋਂ ਦੇ ਕਿਸਾਨ ਤੁਹਾਡਾ ਸਹਿਯੋਗ ਕਰ ਰਹੇ ਆ? ਬਿਲਕੁਲ ਕਰ ਰਹੇ ਆ। ਤੁਸੀਂ ਦੇਖੋ ਸਹਿਯੋਗ ਤਾਂ ਜਾ ਕੇ ਖੇਤਰ ਦੇ ਵਿੱਚ 20,000 ਦਾ ਘੱਟ ਆਉਂਦਾ ਵੀ ਸਾਰੇ ਪੰਜਾਬ 'ਚੋਂ ਬੱਸਾਂ ਵਾਲੀਆਂ ਨੇ, ਜਿਨ੍ਹਾਂ ਦਾ ਅੰਦਾਜ਼ਾ ਹੁੰਦਾ ਵੀ ਇੰਨੇ ਬੰਦੇ ਲੈ ਕੇ ਜਾਣੇ ਆ, ਉਹ ਹੁੰਦਾ ਉਹ ਗਿਣਤੀ ਵੱਧ ਜਾਂਦੀ ਹੈ। ਬੱਸਾਂ ਹੋਰ ਕਰਨੀਆਂ ਪੈਂਦੀਆਂ, ਬੱਸਾਂ ਨਹੀਂ ਮਿਲੀਆਂ। ਭਾਰਤ ਦੇ ਕਿਸਾਨਾਂ ਦੀ ਤੇ ਭਾਰਤ ਦੀ ਸਰਕਾਰ ਦੀਆਂ ਜੜ੍ਹਾਂ 'ਚ ਬੈਠ ਜਾਣਾ ਇਹਨੇ। ਸਾਡਾ 2000 ਮਿਸ਼ਨ ਅੱਜ ਇੱਥੋਂ ਯੂਪੀ ਦੇ ਵਿੱਚੋਂ ਸ਼ੁਰੂ ਹੈ। ਜਿੰਨੀਆਂ ਸਟੇਟਾਂ ਦੇ ਵਿੱਚ ਵੋਟਾਂ ਪੈਣਗੀਆਂ, ਮਤਲਬ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਹਰਾਉਣ ਦਾ ਤੇ ਉਹਦੀਆਂ ਜੜ੍ਹਾਂ ਪੱਟਣ ਦਾ ਜ਼ੋਰ ਲਾਵਾਂਗੇ। ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ ਮਹਾਪੰਚਾਇਤ? ਮਹਾਪੰਚਾਇਤ ਦੇ ਵਿੱਚ ਇਕੱਠ ਵੱਡਾ ਹੈ, ਫੇਰ ਵੀ ਪ੍ਰਬੰਧ ਅੱਛੇ ਨੇ। ਤੇ ਜਦੋਂ ਮਤਲਬ ਵੱਡੇ ਇਕੱਠਾਂ ਦੇ ਵਿੱਚ ਥੋੜਾ ਘਣਾ ਤਾਂ ਹੋ ਹੀ ਜਾਂਦਾ, ਪਰ ਠੀਕ ਹੈ ਮੇਰੇ ਹਿਸਾਬ ਮੁਤਾਬਕ ਚੰਗਾ ਉਪਰਾਲਾ ਕਰਿਆ ਇੱਥੋਂ ਦੇ ਸਾਡੇ ਕਿਸਾਨ ਆਗੂਆਂ ਨੇ ਤੇ ਵਰਕਰਾਂ ਨੇ। ਤੁਹਾਡੀ ਆਸ ਮੁਤਾਬਕ ਇਕੱਠ ਹੋਊਗਾ ਕਿ ਇਸ ਤੋਂ ਵੱਧ ਹੋਊਗਾ? ਇਕੱਠ ਤਾਂ ਜੀ ਪੰਜਾਬ ਤੋਂ ਬੱਸਾਂ ਬਹੁਤ ਆ ਰਹੀਆਂ, ਰਸਤੇ 'ਚ ਨੇਗੀਆਂ, ਬਹੁਤ ਵੱਡੀ ਪੱਧਰ ਤੇ ਆ ਰਹੀਆਂ ਨੇਗੀਆਂ ਤੇ ਆਪਣਾ ਹੋਰ ਆਉਣਗੇ। ਬਹੁਤ ਹੀ ਜ਼ਿਆਦਾ ਜਾਣਾ, ਅੰਗ ਤੋਂ ਬਾਹਰ ਹੋਣਾ। ਤੁਹਾਨੂੰ ਲੱਗਦਾ ਵਾ ਵੀ ਸਰਕਾਰ ਤੇ ਇਸ ਦਾ ਕੋਈ ਅਸਰ ਹੋਊਗਾ? ਜੇ ਤਾਂ ਹੁਣ ਸਰਕਾਰ ਹੀ ਇਹੀ ਜਿਹੀ ਹੋਈ ਵੀ ਬਸ਼ਰਮ ਦੀ ਡੁੱਲ ਗਈ ਦਾਲ ਭੁੰਦੇ ਖਾਵਾਂਗੇ, ਜਿਹਦਾ ਸਰਕਾਰ ਹੀ ਬਸ਼ਰਮ ਹੋਈ ਅਜੇ ਨਾ ਸਮਝ ਸਕੀ, ਇਹ ਤਾਂ ਜਿੱਦੇ ਜੜ੍ਹਾਂ ਪੱਟੀਆਂ ਜਾਣਗੀਆਂ ਉਦੋਂ ਸਮਝ। ਤੁਸੀਂ ਕਿਸ ਤਰ੍ਹਾਂ ਲੈ ਰਹੇ ਆ? अगर आप सहयोग कर देंगे ना तो आपके कार्यक्रम में हम बच्चे हैं। थोड़ा ये महिलाओं के लिए जगह आरक्षित है, थोड़ा सा प्रयास है। ਉਹਦਾ ਸ਼ੁਰੂਆਤ ਹੈ। ਮੈਨੂੰ ਲੱਗਦਾ ਕਿ ਇੱਕ ਇਤਿਹਾਸਿਕ ਰੈਲੀ ਹੈ। ਜਿਹੜੇ ਲੋਕ 2050 ਤੱਕ ਆਪਣੇ ਰਾਜ ਦੇ ਸੁਪਨੇ ਲੈ ਰਹੇ ਆ, ਉਹਨਾਂ ਨੂੰ ਅੱਜ ਇਸ ਰੈਲੀ ਤੋਂ ਬਾਅਦ ਸਮਝਣਾ ਚਾਹੀਦਾ ਕਿ ਉਹਨਾਂ ਦਾ ਅੱਜ ਨਿਗਾਹ ਸ਼ੁਰੂਆਤ ਹੋ ਚੁੱਕੀ ਹੈ ਔਰ ਉਹ ਵੀ ਦੇਸ਼ ਦੇ ਕਿਸਾਨਾਂ ਦੇ ਹੱਥੋਂ। ਤੁਹਾਨੂੰ ਲੱਗਦਾ ਇਸ ਤੇ ਸਰਕਾਰ ਤੇ ਇਸ ਤੇ ਫਰਕ ਪਾਏਗਾ? ਇਹਦੇ ਨਾਲ ਫਰਕ ਨਹੀਂ ਪਊਗਾ। ਸਰਕਾਰ ਦੀ ਨੀਂਦ ਹਰਾਮ ਹੋ चुकी है। पीछे वाले उठने तैयारी। और कैसे देख रहे हैं आज की ये महारैली को? आज की महारैली एक विशाल रैली है, जो एक ऐतिहासिक रैली होगी, जो आज तक कभी नहीं हुई है हिंदुस्तान में। क्या आपको लगता है इससे कुछ फर्क पड़ने वाला है सरकार को? नहीं, बिल्कुल। इनके तो पैरों से जमीन निकल चुकी है अभी। इससे ये तो सब लोगों के सामने है, आप लोगों को भी पता है कि इस रैली के बहुत अच्छे रिजल्ट रहेंगे और लोगों को इतना उत्साह और इतना इनके खिलाफ आवाज़ उठा रहे हैं अपनी, तभी इतनी संख्या में लोग यहाँ पहुँचे हैं। यहाँ कोई बीजेपी वालों की तरह से पैसे दे करके नहीं लाए गए हैं, यहाँ तो अपनी मर्जी से किसान यहाँ पहुँचे हैं। आपने पगड़ी सजा रखी है, इसका कारण क्या है? ये हरियाणा की आन बान शान है हमारी पगड़ी। आपके लिए टोपी मंगा रहे हैं दूसरी, इस पे आप क्या आपको लगता है थोड़ा कि सहयोग आप अगर कर इस देंगे? महारैली से कुछ फर्क पड़ने वाला है देश में? देखिए, महारैली में जब सारी 36 बिरादरियां आ जाती हैं तो अच्छे अच्छे तख्त पलट जाते हैं, और ये तो वो तख्त है जो दुनिया का, जो हमारी जनता ने चुना है, 36 बिरादरियों ने चुना है। और ये वो किसान है जो अन्नदाता है, जिसकी वजह से आज मोदी जी भी रोटी खाते हैं। देश के सारे नेता रोटी खाते हैं। देश का अन्नदाता, देश का किसान जब एक हो जाता है, कोई ताकत नहीं है ये तख्त जरूर पलटेगा। किसान के जो MSP पर जरूर कानून बनेगा। ये आप देखिए आज की जो महापंचायत है, इससे बहुत बड़ा असर गवर्नमेंट के ऊपर जिला बधाइयों से महिला मोर्चा जिला। आपके साथ आपके बच्चे भी आए? जी, बच्चे हैं। कैसे देख रहे हैं? आगे निकल गई है। कैसे देख रहे हैं इस महारैली को? अच्छा लग रहा है माहौल। कैसे लग रहा है कि आपको जीत होगी या हार होगी? जीत होगी। उम्मीद तो पूरी है, विश्वास के साथ में कि किसान भाइयों। महापंचायत होने जा रही है मुजफ्फरनगर ਦੇ ਵਿੱਚ, ਔਰ ਤੁਸੀਂ ਦੇਖ ਲਓ ਅਜੇ ਸਵੇਰ ਦੇ 8 ਵਜੇ ਨੇ, 8:10 ਹੋਏ ਨੇ ਤੇ ਇਹ ਪੰਡਾਲ ਪੂਰਾ ਭਰ ਚੁੱਕਿਆ ਹੈ।
ਇਹ ਜਿਹੜੀ ਸੰਗਤ ਹੈ ਉਹ ਸੜਕਾਂ ਤੇ ਲਾਈਨਾਂ ਲੱਗੀਆਂ, ਕਾਫਲੇ ਆ ਰਹੇ ਨੇ ਬੜੇ ਬੜੇ। ਮੈਂ ਸਮਝਦਾ ਇਤਿਹਾਸਕ ਇਹ ਮਹਾਪੰਚਾਇਤ ਹੋਏਗੀ ਔਰ ਇਹ ਹਿਸਟਰੀ 'ਚ ਦਰਜ ਹੋਏਗੀ ਕਿ ਇੱਕ ਵੱਡੀ ਜਿਹੜੀ ਮਹਾਪੰਚਾਇਤ ਹੋਈ ਮੁਜ਼ੱਫਰਨਗਰ। ਬੀਜੇਪੀ ਸਰਕਾਰ ਦੇ ਖਿਲਾਫ ਜਿਹੜਾ ਗੁੱਸਾ ਅੱਜ ਉਹ ਕਿਸਾਨਾਂ 'ਚ ਨਜ਼ਰ ਆਉਂਦਾ ਹੈ, ਇਸ ਕਰਕੇ ਲੋਕਾਂ 'ਚ ਇਸ ਮਹਾਂ ਸਭਾ ਜਾਂ ਜਿਹੜੀ ਮਹਾਪੰਚਾਇਤ ਹੈ ਇਹਦੇ ਪ੍ਰਤੀ ਉਤਸ਼ਾਹ ਵੀ ਹੈ ਕਿ ਇੱਥੇ ਸਾਰਿਆਂ ਨੇ ਪਹੁੰਚਣਾ ਹੈ। ਤੁਹਾਨੂੰ ਲੱਗਦਾ ਵਾ ਵੀ ਇਸ ਦਾ ਸਰਕਾਰ ਤੇ ਅਸਰ ਹੋਊਗਾ? ਬਿਲਕੁਲ ਅਸਰ ਹੋਏਗਾ। ਇਹ ਤੇ ਸਰਕਾਰ ਨੂੰ ਇੱਕ ਵਾਰੀ ਇਸ ਗੱਲ ਦਾ ਕਲੀਅਰ ਕੱਟ ਸਰਕਾਰ ਨੂੰ ਸਮਝ ਲੈਣਾ ਪਏਗਾ ਕਿ ਇਹ ਜਿਹੜਾ ਮਹਾਂ ਸਭਾ ਹੈ, ਮਹਾਪੰਚਾਇਤ ਹੈ, ਬੀਜੇਪੀ ਦੀਆਂ ਜੜ੍ਹਾਂ ਹਿਲਾ ਦੇਗੀ। ਅੱਜ ਵੀ ਸਰਕਾਰ ਨੂੰ ਚਾਹੀਦਾ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ, ਕਿਸਾਨਾਂ ਨੂੰ ਸੁੱਖ ਸ਼ਾਂਤੀ ਨਾਲ ਘਰੇ ਭੇਜੇ। ਨਹੀਂ ਇਹ ਹਾਲਾਤ ਇਦਾਂ ਦੇ ਹੋ ਜਾਣਗੇ ਕਿ ਤੁਸੀਂ ਇਹ ਸਮਝ ਲਓਗੇ ਕਿ ਜਿਹੜੀ ਬੀਜੇਪੀ ਆ ਉਹਦਾ ਸਫਾਇਆ ਹੋ ਜੂ ਪੂਰੇ ਭਾਰਤ ਦੇ ਵਿੱਚੋਂ, ਕਿਉਂਕਿ ਜਿਹੜਾ ਨਰਿੰਦਰ ਮੋਦੀ ਦੀ ਕੁਰਸੀ ਨੂੰ ਰਸਤਾ ਜਾਂਦਾ, ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਜਾਂਦਾ, ਉਹ ਯੂਪੀ ਹੋ ਕੇ ਜਾਂਦਾ ਤੇ ਯੂਪੀ ਦੇ ਵਿੱਚੋਂ ਆਗਾਜ਼ ਕਰਨ ਜਾ ਰਹੇ ਅੱਜ ਕਿ ਜਿਹੜੀ ਯੂਪੀ ਦੇ ਵਿੱਚੋਂ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਅਵੇਅਰ ਕਰਨਾ ਹੈ। ਬੀਜੇਪੀ ਭਜਾਓ, ਦੇਸ਼ ਬਚਾਓ, ਕਿਉਂਕਿ ਇਹਨੇ ਕਿਸਾਨਾਂ ਪ੍ਰਤੀ, ਮਜ਼ਦੂਰਾਂ ਪ੍ਰਤੀ, ਆਮ ਲੋਕਾਂ ਪ੍ਰਤੀ ਕਦੇ ਸਿਰ ਧੋ ਕੇ ਕੋਈ ਫੈਸਲਾ ਨਹੀਂ ਲਿਆ। ਤੁਹਾਨੂੰ ਲੱਗਦਾ ਵਾ ਵੀ ਲੋਕ ਇੱਥੋਂ ਦੇ ਆਪਣੇ ਸਾਥ ਦੇਣ ਦੇ ਯੂਪੀ ਦੇ? ਬੇਅੰਤ ਆ ਦੇਖੋ ਕਿੱਦਾਂ ਪਟਾਲ ਲੱਗੇ ਹੋਏ ਨੇ, ਇੱਥੇ ਦੇ ਲੋਕਾਂ ਲੋਕਲ ਨੇ ਲਾਏ ਨੇ। ਔਰ ਇੱਥੇ ਤੁਸੀਂ ਥੋੜੀ ਦੇਰ ਵੇਖਿਓ ਲੰਗਰ ਲੱਗਣਗੇ ਔਰ ਉਹ ਜਿਹੜੇ ਲੰਗਰ ਸਾਰੇ ਲੋਕਲ ਯੂਪੀ ਤੋਂ ਆ ਰਹੇ ਨੇ। ਯੂਪੀ ਪੂਰੀ ਉੱਠ ਜਾਏਗੀ, ਜਾਗ ਪਏਗੀ। ਹੁਣ ਇਹ ਕਿਸਾਨ ਯੂਪੀ ਦਾ ਜਿਹੜਾ ਉਹ ਬਿਲਕੁਲ ਇਹਦੀ ਬੀਜੇਪੀ ਦੀ ਜੜ ਪੁੱਟਣ 'ਚ ਸੰਯੋਗ ਮੋਰਚੇ ਦੇ ਨਾਲ ਹੋਈ। ਜੋ ਆਪਾਂ ਕਹਿ ਸਕਦੇ ਵੀ ਚੋਣਾਂ ਦਾ ਬਿਗਲ ਵਜਾਤਾ ਕਿਸਾਨ? ਨਹੀਂ, ਅਸੀਂ ਚੋਣਾਂ 'ਚ ਨਹੀਂ ਜਾਣਾ, ਚੋਣਾਂ ਦਾ ਬਿਗਲ ਨਹੀਂ ਹੈ ਸਾਡਾ। ਜਿਹੜੀਆਂ ਚੋਣਾਂ ਇਹ ਲੜਦੇ ਨੇ ਬੀਜੇਪੀ ਵਾਲੇ, ਉਹਨਾਂ ਦੇ ਖਿਲਾਫ ਬਿਗਲ ਹੈ, ਉਹ ਅਸੀਂ ਅੱਜ ਬਿਗਲ ਵਜਾਉਣ ਜਾ ਰਹੇ ਹਾਂ ਕਿ ਬੀਜੇਪੀ ਭਜਾਓ ਤੇ ਦੇਸ਼ ਬਚਾਓ। ਧੰਨਵਾਦ ਜੀ। हले 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 पंजाब के भाइयों से बहुत कुछ सीखने को मिलता है। पंजाब के भाइयों ने जो एक सेवा भावना होती है, एक अपनापन होता है, जो बांट के खाने की आदत है, हम धीरे धीरे हम भी सीख रहे हैं। ने आप लोगों को जो आशीर्वाद दिया है, सिख धर्म सबसे अच्छा धर्म। 2% होने के बावजूद वो लाखों लोगों का पेट भर रहे हैं। तो मैं कहती हूँ कि जो मंदिरों में अनुदान देते हैं, किसी मंदिर ने लॉकडाउन में किसी में भी कोई मदद नहीं करी, लेकिन गुरुद्वारे में हमेशा भूखों का पेट भरा है। यहाँ तक कि जब ऑक्सीजन की कमी थी तो सिख भाइयों ने ऑक्सीजन के लिए लंगर लगाए हैं। तो मैं कहूँगी देश की जनता को सिख धर्म के लोगों से सीखना चाहिए। इंसानियत सिख धर्म में जो कूट कूट के बनी है, उससे आप लोगों को सीखना चाहिए और इन्हीं के नक्शे कदम पे चलना चाहिए। ऐसे महापंचायत से सरकार को कुछ फर्क पड़ने वाला? मैं आपको बता देना चाहता हूँ, एक ना एक दिन सरकार को मानना पड़ेगा, मोदी हारेगा और इस देश का किसान जीतेगा। क्योंकि जब कोरोना वैश्विक महामारी में पिछले जब सारी संस्थाएं और सारे इन सरकारों के तंत्र बंद थे, तो इस देश के अन्नदाता और इस देश के भगवान ने इस देश का पेट पालन करने का काम किया, इस देश की जनता को खाना खिलाने का काम किया। तो ये किसान से ऐसी कोई सरकारें नहीं बनी, ऐसा कोई देश नहीं बना जो बिना किसानों से जिसकी पहचान हो सके। ये देश किसानों से है, न कि सरकारों से। सरकार हारेगी और किसान जीतेगा।